ਪੱਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਪਾਂਚੋ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋ ਨਿਰਵਰਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 341। ਭਗਤਾਂ ਕੀ ਬਾਣੀ ਦੇ ਅੰਤਰਗਤ ਗੌੜੀ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਕੀ ਬਾਣੀ 52 ਅੱਖਰੀ ਪਾਤਸ਼ਾਹ ਜੀ ਦੀ ਬਾਣੀ ਦੀ 27ਵੀਂ ਪੌੜੀ ਪੱਪਾ ਅੱਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਦੇ ਹਨ। ਕਹਿੰਦੇ ਪੱਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਪੱਪਾ ਅਪਾਰ ਪਾਰ ਨਹੀਂ ਪਾਵਾ, ਪੱਪਾ ਅੱਖਰ ਦੇ ਪ੍ਰਥਾਏ ਫਰਮਾਨ ਕਰਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਅਪਰਪਾਰ ਹੈ ਅਤੇ ਪਾਰ ਨਹੀਂ ਪਾਵਾ, ਅਰਥਾਤ ਕਿ ਕਿਸੇ ਨੇ ਵੀ ਉਸ ਦਾ ਪਾਰ ਨਹੀਂ ਪਾਇਆ। ਔਰ ਮਹਾਰਾਜ ਕਹਿੰਦੇ ਕਿ ਪਰਮ ਜੋਤ ਸਿਉ ਪਰਚੋ ਲਾਵਾ, ਅਰਥਾਤ ਕਿ ਗੁਰਮੁਖਾਂ ਗੁਰੂ ਪਿਆਰਿਆਂ ਨੇ ਉਸ ਪਰਮ ਜੋਤ ਪਰਮੇਸ਼ਰ ਜੀ ਦੇ ਨਾਲ ਪਰਚਾ ਲਾਵਾ, ਅਰਥਾਤ ਕਿ ਪ੍ਰੇਮ ਪਾਉਣਾ ਕੀਤਾ, ਪ੍ਰੀਤ ਲਾਉਣੀ ਕੀਤੀ ਹੈ। ਅਤੇ ਮਹਾਰਾਜ ਕਹਿੰਦੇ ਪਾਂਚੋ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋ ਨਿਰਵਰਈ। ਪਾਂਚੋ ਇੰਦਰੀ ਨਿਗ੍ਰਹਿ ਕਰਈ, ਅਰਥਾਤ ਕਿ ਉਹਨਾਂ ਨੇ ਆਪਣੀਆਂ ਪੰਜੇ ਗਿਆਨ ਇੰਦਰੀਆਂ ਕਾਬੂ ਕਰਨੀਆਂ ਕੀਤੀਆਂ ਹਨ। ਅੱਖਾਂ ਦੇ ਨਾਲ ਮਾੜਾ ਨਹੀਂ ਵੇਖਦੇ, ਕੰਨਾਂ ਨਾਲ ਮਾੜਾ ਨਹੀਂ ਸੁਣਦੇ, ਮਾੜੀ ਗੰਧ ਨਹੀਂ ਮਾਣਦੇ, ਨੱਕ ਦੇ ਨਾਲ ਰਸਨਾ ਦੇ ਨਾਲ ਮਾੜੇ ਰਸ ਨਹੀਂ ਮਾਣਦੇ, ਇੰਦਰੀ ਦੇ ਨਾਲ ਸਪਰਸ਼ ਨਹੀਂ ਮਾਣਦੇ ਮਾੜਾ। ਪਾਂਚੋ ਇੰਦਰੀ ਨਿਗ੍ਰਹਿ ਕਰਈ, ਮਹਾਰਾਜ ਕਹਿੰਦੇ ਪਾਪ ਪੁੰਨ ਦੋ ਨਿਰਵਰਈ, ਅਰਥਾਤ ਕਿ ਉਹਨਾਂ ਨੇ ਪਾਪ ਅਤੇ ਪੁੰਨ ਆਦਿ ਦੋਵਾਂ ਕਰਮਾਂ ਨੂੰ ਹੀ ਆਪਣੇ ਮਨ ਤੋਂ ਨਿਵਾਰਨਾ ਕੀਤਾ, ਦੂਰ ਕਰਨਾ ਕੀਤਾ। ਕਿਉਂਕਿ ਜਿਵੇਂ ਇਸੇ ਰਾਗ ਦੇ ਵਿੱਚ ਕਬੀਰ ਜੀ ਦਾ ਕਥਨ ਹੈ ਨਾ, ਕਹਿੰਦੇ ਪਾਪ ਪੁੰਨ ਦੋਇ ਏਕ ਸਮਾਨ, ਨਿਜ ਘਰ ਪਾਰਸ ਤਜਹੁ ਗੁਣਿਆਨ। ਜਿਹੜਾ ਪੁੰਨ ਕਰਮ ਹੈ ਉਹ ਹੰਕਾਰ ਨੂੰ ਜਨਮ ਦਿੰਦਾ, ਜਿਹੜਾ ਪਾਪ ਕਰਮ ਹੈ ਉਹ ਗਿਲਾਨੀ ਨੂੰ ਘਿਰਣਾ ਨੂੰ ਜਨਮ ਦਿੰਦਾ। ਸੋ ਪੁੰਨ ਕਰਕੇ ਜੀਵ ਸੁਰਗਾਂ ਨੂੰ ਜਾਂਦੇ ਨੇ, ਪਾਪ ਕਰਕੇ ਨਰਕਾਂ ਨੂੰ ਜਾਂਦੇ ਨੇ। ਮੁਕਤ ਜਿਹੜਾ ਹੋਇਆ ਜਾਣਾ ਉਹ ਨਾਮ ਰੂਪੀ ਕਰਮ ਦੇ ਨਾਲ ਹੀ ਹੋਇਆ ਜਾਣਾ। ਜਿਵੇਂ ਪਾਤਸ਼ਾਹ ਕਹਿੰਦੇ ਨੇ ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ। ਆਤਮ ਤਤ ਦੀ ਵਿਚਾਰ ਵਾਲਾ ਕਰਮ ਕਰਦੇ ਨੇ, ਇਹ ਨਹੀਂ ਕਿ ਉਹ ਭਲੇ ਕਰਮ ਨਹੀਂ ਕਰਦੇ। ਭਲਾ ਕਰਮ ਉਹਨਾਂ ਦਾ ਸੁਭਾਅ ਬਣ ਜਾਂਦਾ, ਸੁਤੇ ਸਿੱਧੀ ਹੋਈ ਜਾਂਦੇ ਨੇ ਉਹਨਾਂ ਦੇ ਕੋਲੋਂ, ਉਹ ਸ਼੍ਰੋਮਣੀ ਕਰਮ ਨਾਮ ਵਾਲਾ ਹੀ ਕਰਦੇ ਨੇ। ਰਹੀ ਗੱਲ ਪਾਪ ਔਰ ਪੁੰਨ ਕਰਮਾਂ ਦੀ, ਦੋਵਾਂ ਤੋਂ ਨਿਵਰਤ ਹੋ ਜਾਂਦੇ ਨੇ। ਸੋ ਅੱਗੋਂ 28ਵੀਂ ਪੌੜੀ ਦੇ ਵਿੱਚ ਫੱਫਾ ਅੱਖਰ ਦੇ ਪ੍ਰਥਾਏ ਪਾਤਸ਼ਾਹ ਫਰਮਾਨ ਕਰਨ ਲੱਗੇ। ਕਹਿੰਦੇ ਫੱਫਾ ਬਿਨ ਫੂਲਾ ਫਲ ਹੋਈ, ਤਾ ਫਲ ਫੰਕ ਲਖੈ ਜੋ ਕੋਈ। ਦੂਣ ਨਾ ਪਰੈ ਫੰਕ ਵਿਚਾਰੈ, ਤਾ ਫਲ ਫੰਕ ਸਭਾ ਤਨ ਫਾਰੈ। ਫੱਫਾ ਬਿਨ ਫੂਲਾ ਫਲ ਹੋਈ, ਫੱਫਾ ਅੱਖਰ ਦੇ ਪ੍ਰਥਾਏ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਬਿਨ ਫੁੱਲ ਹੈ, ਅਰਥਾਤ ਕਿ ਬਾਹਰੀ ਸਾਧਨਾ ਅਥਵਾ ਕਰਮਕਾਂਡ ਰੂਪੀ ਫੁੱਲਾਂ ਤੋਂ ਬਗੈਰ ਹੀ ਫਲ ਹੋਈ, ਅਰਥਾਤ ਕਿ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋਈ ਹੈ। ਜਿਵੇਂ ਭੈਰੋ ਰਾਗ ਦੇ ਵਿੱਚ ਰਵਿਦਾਸ ਜੀ ਦਾ ਬਚਨ ਹੈ ਨਾ, ਕਹਿੰਦੇ ਫਲ ਕਾਰਨ ਫੁੱਲੀ ਬਨ ਰਾਏ। ਜਿੱਥੋਂ ਤਾਈਂ ਬਾਹਰੀ ਬਨਸਪਤੀ ਦਾ ਸੰਬੰਧ ਹੈ, ਫਲ ਤੋਂ ਪਹਿਲਾਂ ਫੁੱਲ ਲੱਗਣਾ ਲਾਜ਼ਮੀ ਹੈ। ਇਵੇਂ ਮਹਾਰਾਜ ਕਹਿੰਦੇ ਬੇਸ਼ੱਕ ਜਿਹੜਾ ਹੈ ਨਾ ਫੁੱਲ ਜਿਹੜਾ ਹੈ ਉਹ ਫਲ ਦੀ ਖਾਤਰ ਲੱਗਦਾ ਹੈ। ਮਹਾਰਾਜ ਕਹਿੰਦੇ ਫਲ ਲਾਗਾ ਤਬ ਫੂਲ ਬਿਲਾਏ, ਪਰ ਜਦੋਂ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਜਿਹੜਾ ਕਰਮ ਰੂਪੀ ਫੁੱਲ ਆ ਮਹਾਰਾਜ ਕਹਿੰਦੇ ਆਪਣੇ ਆਪ ਹੀ ਝੜ ਜਾਂਦਾ। ਸੋ ਇੱਥੇ ਵੀ ਮਹਾਰਾਜ ਕਿਰਪਾ ਕਰਦੇ ਹਨ ਕਿ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੁੰਦਿਆਂ ਹੀ ਜਗਿਆਸੂ ਜਨ ਕਰਮ ਰੂਪੀ ਫਲ ਤੋਂ ਨਿਵਰਤ ਹੋ ਜਾਂਦਾ ਹੈ। ਕਹਿੰਦੇ ਫੱਫਾ ਬਿਨ ਫੂਲ ਫਲ ਹੋਈ, ਤਾ ਫਲ ਫੰਕ ਲਖੈ ਜੋ ਕੋਈ। ਤਾ ਫਲ ਫੰਕ ਲਖੈ ਜੋ ਕੋਈ, ਅਰਥਾਤ ਕਿ ਉਸ ਕਰਮ ਰੂਪੀ ਫੁੱਲ ਤੋਂ ਰਹਿਤ ਸ਼ੁੱਧ ਬ੍ਰਹਮ ਗਿਆਨ ਰੂਪੀ ਬ੍ਰਹਮ ਫਲ ਦੀ ਫਾੜੀ, ਭਾਵ ਕਿ ਜੀਵ ਆਤਮਾ ਦੇ ਜੇ ਕਿਸੇ ਜੀਵ ਨੂੰ ਦਰਸ਼ਨ ਹੋ ਜਾਣ, ਫੰਕ ਫਾੜੀ ਨੂੰ ਕਹਿੰਦੇ ਨੇ।
ਫਲ ਫੰਕ ਤੋਂ ਭਾਵ ਬ੍ਰਹਮ ਫਲ ਦੀ ਫਾੜੀ ਭਾਵ ਆਤਮਾ। ਮਹਾਰਾਜ ਕਹਿੰਦੇ ਜੇ ਕੋਈ ਲੱਖ ਲਵੇ ਨਾ, ਜੇ ਕੋਈ ਦਰਸ਼ਨ ਕਰ ਲਵੇ ਆਪਣੇ ਸਵੈ ਦੇ, ਆਪਣੇ ਨਿਜ ਦੇ, ਆਪਣੀ ਰੂਹ ਦੇ, ਆਪਣੀ ਆਤਮਾ ਦੇ, ਤਾਂ ਫਿਰ ਮਹਾਰਾਜ ਕਹਿੰਦੇ ਦੂਣ ਨਾ ਪਰਈ ਫੰਕ ਵਿਚਾਰ, ਤਾ ਫਲ ਫੰਕ ਸਭਾ ਤਨ ਫਾਰ। ਦੂਣ ਨਾ ਪਰਾਈ, ਦੋ ਉਚੇਰੇ ਪਰਬਤਾਂ ਦੇ ਦਰਮਿਆਨ ਦੀ ਖਾਈ ਨੂੰ ਦੂਣ ਕਹਿੰਦੇ ਹਨ। ਸੋ ਇੱਥੇ ਦੂਣ ਤੋਂ ਭਾਵ ਦਵੈਤ ਰੂਪ ਖਾਈ। ਦੂਣ ਨਾ ਪਰਾਈ ਫੰਕ ਵਿਚਾਰੇ, ਅਰਥਾਤ ਕਿ ਜਿਹੜਾ ਵੀ ਜਗਿਆਸੂ ਜਨ ਇਸ ਬ੍ਰਹਮ ਫਲ ਦੀ ਫਾੜੀ ਭਾਵ ਜੀਵਾਤਮਾ ਦੀ ਵਿਚਾਰ ਕਰਦਾ, ਉਹ ਮਹਾਰਾਜ ਕਹਿੰਦੇ ਦੂਣ ਨਾ ਪਰਾਈ ਭਾਵ ਦਵੈਤ ਰੂਪੀ ਖਾਈ ਦੇ ਵਿੱਚ ਨਹੀਂ ਡਿੱਗਦਾ ਭਾਈ। ਕਹਿੰਦੇ ਤਾ ਫਲ ਫੰਕ ਸਭਾ ਤਨ ਫਾਰ, ਅਰਥਾਤ ਕਿ ਉਸ ਬ੍ਰਹਮ ਫਲ ਦੀ ਫਾੜੀ ਸਾਰੇ ਸਰੀਰਾਂ ਨੂੰ ਪਾੜ ਸੁੱਟਦੀ ਹੈ। ਕਈ ਫਲ ਐਸੇ ਹੁੰਦੇ ਨੇ ਖਾਂਦਿਆਂ ਸਰੀਰ ਫੁੱਟ ਜਾਂਦੇ ਨੇ, ਭਾਵ ਕਿ ਨਿਜ ਦੇ ਰੂਬਰੂ ਹੋਇਆ ਅਥਵਾ ਆਤਮਦਰਸ਼ੀ ਹੋਇਆ ਦੇਹ ਅਧਿਆਸ ਖਤਮ ਹੋ ਜਾਂਦਾ ਹੈ। ਸਰੀਰ ਦਾ ਨਾਸ਼ ਹੋਣਾ ਜਾਂ ਸਰੀਰ ਦਾ ਪਾਟਣਾ, ਇੱਥੇ ਭਾਵ ਇਹ ਹੈ ਇਸ ਤੋਂ ਕਿ ਦੇਹ ਅਧਿਆਸ ਛੁੱਟ ਜਾਂਦਾ ਭਾਈ। ਸੋ ਅੱਗੋਂ 29ਵੀਂ ਪੌੜੀ ਦੇ ਵਿੱਚ ਬੱਬਾ ਅੱਖਰ ਦੇ ਫਿਰਤਾਏ ਮਹਾਰਾਜ ਫਰਮਾਨ ਕਰਨ ਲੱਗੇ ਨੇ। ਕਹਿੰਦੇ ਬੱਬਾ ਬਿੰਦ ਬਿੰਦ ਮਿਲਾਵਾ, ਬਿੰਦ ਬਿੰਦ ਨਾ ਵਿਛੁਰਨ ਪਾਵਾ। ਬੰਦਾ ਹੋਏ ਬੰਦਗੀ ਗਹ, ਬੰਦਕ ਹੋਏ ਬੰਦ ਸੁਧ ਲਹ। ਬੱਬਾ ਬਿੰਦ ਬਿੰਦ ਮਿਲਾਵਾ, ਬੱਬਾ ਅੱਖਰ ਦੇ ਪਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਜਾਣਨਹਾਰ ਹਰੀ ਨੇ ਜਿਹਦਾ ਜੀਵ ਨੂੰ ਆਪਣੇ ਨਾਲ ਮਿਲਾਉਣਾ ਕੀਤਾ, ਜਿਹਦਾ ਬਿੰਦ ਨੇ ਬਿੰਦ ਨੂੰ ਮਿਲਾਉਣਾ ਕੀਤਾ। ਬਿੰਦਣਾ ਹੁੰਦਾ ਉਸ ਨੂੰ ਜਾਣਨਾ, ਬਿੰਦ ਹੈ ਬਿੰਦ ਮਿਲਾਵਾ। ਜਾਣਨਹਾਰ ਨੇ ਜੀਵ ਨੂੰ ਆਪਣੇ ਨਾਲ ਮਿਲਾਉਣਾ ਕੀਤਾ ਜਦੋਂ ਕਹਿੰਦਾ ਬਿੰਦ ਹੈ ਬਿੰਦ ਨਾ ਵਿਛੁਰਨ ਪਾਵਾ, ਅਰਥਾਤ ਕਿ ਤਾਂ ਫਿਰ ਜੀਵ ਉਸ ਪਰਮੇਸ਼ਰ ਦੀ ਨਾਲੋਂ ਭਾਈ ਵਿਛੜਨਾ ਨਹੀਂ ਪਾਉਂਦਾ। ਜੀਵ ਦੀ ਈਸ਼ ਦੇ ਨਾਲੋਂ ਫਿਰ ਜਿਹੜੀ ਨਾ ਵਿਛੋੜਾ ਨਹੀਂ ਹੁੰਦਾ। ਕਹਿੰਦਾ ਬੰਦਾ ਹੋਏ ਬੰਦਗੀ ਗਹ, ਬੰਦਕ ਹੋਏ ਬੰਦ ਸੁਧ ਲਹ। ਬੰਦਾ ਹੋਏ ਅਰਥਾਤ ਕਿ ਜੇਕਰ ਕੋਈ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਬੰਦਾ ਅਥਵਾ ਦਾਸ ਹੋ ਜਾਵੇ ਨਾ, ਤੇ ਮਹਾਰਾਜ ਕਹਿੰਦੇ ਬੰਦਗੀ ਗਹ, ਉਹਦਾ ਦਾਸ ਹੋ ਕੇ ਉਸ ਦੀ ਬੰਦਗੀ ਗ੍ਰਹਿਣ ਕਰੇ, ਉਸ ਦੀ ਭਗਤੀ ਕਰਨੀ ਕਰੇ, ਤਾਂ ਮਹਾਰਾਜ ਕਹਿੰਦੇ ਬੰਦਕ ਹੋਏ ਬੰਦ ਸੁਧ ਲਹੈ। ਅਰਥਾਤ ਕਿ ਜੇਕਰ ਕੋਈ ਜੀਵ ਉਸ ਦੀ ਬੰਦਗੀ ਕਰਨ ਵਾਲਾ ਅਥਵਾ ਉਸ ਨੂੰ ਬੰਦਨਾ ਕਰਨ ਵਾਲਾ ਹੋ ਜਾਵੇ, ਉਸ ਦਾ ਬੰਦਕ ਹੋ ਜਾਵੇ, ਤਾਂ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਫਿਰ ਉਸ ਭਗਤ ਦੀ ਬੰਦ ਸੁਧ ਲਹੈ। ਬੰਦ ਕਹਿੰਦੇ ਨੇ ਬੰਧੂ ਨੂੰ, ਰਿਸ਼ਤੇਦਾਰ ਨੂੰ, ਸੁਧ ਕਹਿੰਦੇ ਨੇ ਖਬਰ ਲੈਣ ਨੂੰ। ਬੰਦ ਸੁਧ ਲਹੈ ਅਰਥਾਤ ਬੰਧੂਆਂ ਵਾਂਗੂ ਸੁਧ ਲੈਂਦਾ, ਭਾਵ ਕਿ ਰਿਸ਼ਤੇਦਾਰਾਂ ਵਾਂਗੂ ਖਬਰ ਲੈਂਦਾ। ਜੇ ਕੋਈ ਉਹਦਾ ਬੰਦਾ ਹੋ ਕੇ ਉਹਦੀ ਬੰਦਗੀ ਕਰਨੀ ਕਰੇ, ਉਹਨੂੰ ਬੰਦਨਾ ਕਰੇ ਮਹਾਰਾਜ ਕਹਿੰਦੇ, ਤਾਂ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਰਿਸ਼ਤੇਦਾਰਾਂ ਵਾਂਗੂ ਉਸ ਭਗਤ ਦੀ, ਉਸ ਜਗਿਆਸੂ ਜਨ ਦੀ ਸਾਰ ਲੈਂਦਾ, ਖਬਰ ਲੈਂਦਾ ਭਾਈ। ਸੋ ਅੱਗੋਂ 30ਵੀਂ ਪੌੜੀ ਦੇ ਵਿੱਚ ਭੱਬਾ ਅੱਖਰ ਦੇ ਪਰਥਾਏ ਮਹਾਰਾਜ ਫਰਮਾਨ ਕਰਨ ਲੱਗੇ। ਕਹਿੰਦੇ ਭੱਬਾ ਭੇਦ ਭੇਦ ਮਿਲਾਵਾ, ਆਵਾ ਭਉ ਪਾਨ ਪਰੋਸੋ ਆਵਾ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਭੱਬਾ ਭੇਦ ਭੇਦ ਮਿਲਾਵਾ, ਭੱਬਾ ਅੱਖਰ ਦੇ ਪਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਭੇਦਾ ਭੇਦ ਮਿਲਾਵਾ, ਅਰਥਾਤ ਕਿ ਜੀਵ ਅਥਵਾ ਈਸ਼ ਵਿਚਲੇ ਭੇਦ ਨੂੰ ਭੇਦ ਕੇ, ਭਾਵ ਕਿ ਵਿੱਥ ਨੂੰ ਵਿੰਨ ਕੇ, ਦੂਰੀ ਅਥਵਾ ਅੰਤਰ ਨੂੰ ਮੇਟ ਕੇ ਹੁਣ ਸਾਡਾ ਹਰੀ ਦੇ ਨਾਲ ਮਿਲਾਪ ਹੋਇਆ, ਭੇਦਾ ਭੇਦ ਮਿਲਾਵਾ। ਅਤੇ ਮਹਾਰਾਜ ਕਹਿੰਦੇ ਆਬ ਭਉ ਭਾਨ ਭਰੋਸਾ ਆਵਾ, ਅਰਥਾਤ ਕਿ ਹੁਣ ਸਾਡੇ ਅੰਦਰ ਦੇ ਭਉ ਨੂੰ ਭੰਨ ਕੇ, ਡਰ ਨੂੰ ਮੇਟ ਕੇ, ਖੌਫ ਨੂੰ ਖਤਮ ਕਰਕੇ ਭਰੋਸਾ ਆਵਾ, ਅਰਥਾਤ ਕਿ ਪਰਮੇਸ਼ਰ 'ਤੇ ਭਰੋਸਾ ਆਇਆ। ਅਤੇ ਹੁਣ ਮਹਾਰਾਜ ਕਹਿੰਦੇ ਜੋ ਬਾਹਰ ਸੋ ਭੀਤਰ ਜਾਣਿਆ, ਅਰਥਾਤ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਦੇ ਵਾਂਗ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਬਾਹਰ ਬ੍ਰਹਿਮੰਡ ਦੇ ਵਿੱਚ ਵਿਦਮਾਨ ਹੈ ਨਾ, ਉਸੇ ਨੂੰ ਹੀ ਮਹਾਰਾਜ ਕਹਿੰਦੇ ਅਸੀਂ ਆਪਣੇ ਭੀਤਰ ਅਥਵਾ ਅੰਦਰ ਜਾਣਨਾ ਕੀਤਾ। ਕਹਿੰਦੇ ਭਇਆ ਭੇਦ ਭੂਪਤ ਪਹਿਚਾਨਿਆ, ਹੁਣ ਸਾਨੂੰ ਉਸ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਭੇਤ ਲੱਗਿਆ, ਉਹਦਾ ਰਾਜ ਪਤਾ ਲੱਗਾ।
ਅਤੇ ਹੁਣ ਅਸੀਂ ਉਸ ਭੂਪਤ ਅਰਥਾਤ ਭੂਮੀਪਤੀ ਪਰਮੇਸ਼ਰ ਨੂੰ ਪਹਿਚਾਨਣਾ ਕੀਤਾ ਭਾਈ। ਸੋ ਅੱਗੋਂ 31ਵੀਂ ਪੌੜੀ ਦੇ ਵਿੱਚ ਮੰਮਾ ਅੱਖਰ ਦੇ ਪਰਥਾਏ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦਾ ਮੰਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੈ ਸੋ ਸੱਚ ਪਾਵੈ। ਮੰਮਾ ਮੂਲ ਗਹਿਆ ਮਨ ਮਾਨੈ। ਮੰਮਾ ਅੱਖਰ ਦੇ ਪਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਮੂਲ ਗਹਿਆ ਮਨ ਮਾਨੈ, ਅਰਥਾਤ ਕਿ ਜੇਕਰ ਮੂਲ ਅਥਵਾ ਜੜ ਰੂਪ ਪਰਮੇਸ਼ਰ ਨੂੰ ਫੜਨਾ ਕਰੀਏ, ਭਾਵ ਕਿ ਧਾਰਨ ਕਰਨਾ ਕਰੀਏ, ਤਾਂ ਮਨ ਮਾਨੈ ਅਰਥਾਤ ਕਿ ਸਾਡਾ ਮਨ ਕੇਵਲ ਤਾਂ ਹੀ ਮੰਨਦਾ ਭਾਈ ਜੇਕਰ ਜੜ ਨੂੰ ਫੜਨਾ ਕਰੀਏ ਤਾਂ। ਕਹਿੰਦਾ ਮਰਮੀ ਹੋਏ ਸੋ ਮਨ ਕੋ ਜਾਣੈ, ਅਰਥਾਤ ਕਿ ਜੇਕਰ ਕੋਈ ਗੁਰਮੁਖ ਗੁਰੂ ਪਿਆਰਾ ਮਰਮੀ ਅਰਥਾਤ ਗੁਰੂ ਚਰਨਾਂ ਦਾ ਭੇਤੀ ਹੋਵੇ ਤਾਂ ਉਹੀ ਕੇਵਲ ਆਪਣੇ ਮਨ ਦੇ ਅਸਲ ਸਰੂਪ ਨੂੰ ਜਾਣਦਾ। ਸੋ ਮਨ ਕੋ ਜਾਣੈ। ਮਹਾਰਾਜ ਕਹਿੰਦਾ ਮਤ ਕੋਈ ਮਨ ਮਿਲਤਾ ਬਿਲਮਾਵੈ, ਮਤਾ ਕੋਈ ਪਰਮੇਸ਼ਰ ਨਾਲ ਮਿਲਦੇ ਹੋਏ ਮਨ ਨੂੰ ਮਿਲਾਉਣ ਦੇ ਵਿੱਚ ਦੇਰੀ ਕਰੇ, ਬਿਲ ਮਿਲਾਵੇ, ਭਾਵ ਕਿ ਕਦਾਚਿਤ ਵੀ ਦੇਰੀ ਨਾ ਕਰੇ ਜੇਕਰ ਮਨ ਹਰੀ ਦੇ ਨਾਲ ਮਿਲਦਾ ਹੋਵੇ ਤਾਂ। ਕਿਉਂਕਿ ਮਹਾਰਾਜ ਕਹਿੰਦਾ ਮਗਨ ਭਇਆ ਤੈ ਸੋ ਸੱਚ ਪਾਵੈ, ਅਰਥਾਤ ਕਿ ਉਸ ਪਰਮੇਸ਼ਰ ਜੀ ਦੇ ਵਿੱਚ ਮਗਨ ਅਥਵਾ ਮਸਤ ਹੋਣ ਦੇ ਸਦਕਾ ਹੀ ਉਸ ਸਤ ਸਰੂਪ ਪਰਮੇਸ਼ਰ ਨੂੰ ਪਾਵੀਦਾ। ਸੋ ਅੱਗੋਂ ਵੀ ਮੰਮਾ ਅੱਖਰ ਦੇ ਪਰਥਾਏ ਹੀ 32ਵੀਂ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦਾ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਾ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮੰਮਾ ਮਨ ਸਿਉ ਕਾਜ ਹੈ। ਮੰਮਾ ਅੱਖਰ ਦੇ ਪਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਬੰਦਿਆ ਤੇਰਾ ਸਾਰਾ ਵਾਹ ਵਾਸਤਾ, ਤੇਰਾ ਕੰਮ ਕਾਜ ਤੇ ਸਾਰਾ ਮਨ ਦੇ ਨਾਲ ਹੀ ਹੈ। ਆਪਾਂ ਸਾਰੀ ਉਮਰ ਤਨ ਦੇ ਨਾਲ ਹੀ ਲੱਗੇ ਰਹਿੰਦੇ, ਪਰ ਵਾਹ ਵਾਸਤਾ ਤੇ ਮਾਰੇ ਕਹਿੰਦੇ ਤੇਰਾ ਮਨ ਦੇ ਨਾਲ ਹੀ ਹੈ। ਕਹਿੰਦੇ ਮਨ ਸਾਧੇ ਸਿੱਧ ਹੋਏ। ਜੇਕਰ ਮਨ ਨੂੰ ਸਾਧ ਲਵੇਂ ਨਾ ਤਾਂ ਸਿੱਧੀ ਅਰਥਾਤ ਸਫਲਤਾ ਜਾਂ ਕਾਮਯਾਬੀ ਪ੍ਰਾਪਤ ਹੋ ਜੂ ਤੈਨੂੰ। ਮਹਾਰਾਜ ਕਹਿੰਦੇ ਜਦੋਂ ਪ੍ਰਾਪਤੀ ਹੁੰਦੀ ਹੈ ਨਾ ਸਿੱਧੀ ਦੀ, ਸਫਲਤਾ ਕਾਮਯਾਬੀ ਮਿਲਦੀ ਹੈ, ਤਾਂ ਫਿਰ ਮਹਾਰਾਜ ਕਹਿੰਦੇ ਮਨ ਕਹਿੰਦਾ ਕੀ ਕਹਿੰਦਾ? ਕਹਿੰਦਾ ਮਨ ਹੀ ਮਨ ਸਿਉ ਕਹਾ ਕਬੀਰਾ। ਕਬੀਰ ਜੇ ਕਹਿੰਦੇ ਨਾ ਫਿਰ ਮਨ ਕਹਿੰਦਾ ਕਿਹਨੂੰ ਕਹਿੰਦਾ? ਮਨ ਨੂੰ ਕਹਿੰਦਾ। ਕੀ ਕਹਿੰਦਾ? ਕਹਿੰਦਾ ਮਾਨਸਾ ਮਿਲਿਆ ਨਾ ਕੋਏ। ਕਹਿੰਦਾ ਹੈ ਮਨ ਤੇਰੇ ਵਰਗਾ ਮਿੱਤਰ ਤਾਂ ਅੱਜ ਤਾਈਂ ਮਿਲਿਆ ਹੀ ਕੋਈ ਨਹੀਂ। ਤੂੰ ਸਾਡਾ ਸਾਰਿਆਂ ਤੋਂ ਪੱਕਾ ਮਿੱਤਰ ਹੈ। ਜਿਹਨੂੰ ਆਪਣੇ ਮਨ ਦੇ ਕੋਲ ਬਹਿਣ ਦੀ ਜਾਚ ਆ ਜਾਵੇ, ਮਨ ਦੇ ਨਾਲ ਗੱਲਾਂ ਕਰਨ ਦੀ ਜਾਚ ਆ ਜਾਵੇ, ਉਹਨੂੰ ਕਦੇ ਵੀ ਇਕੱਲ ਜਾਂ ਇਕਾਂਤ ਮਹਿਸੂਸ ਨਹੀਂ ਹੁੰਦੀ। ਸੋ ਅੱਗੋਂ 33ਵੀਂ ਪੌੜੀ ਦੇ ਵਿੱਚ ਵੀ ਮਨ ਦੇ ਪਰਥਾਏ ਆਪਣਾ ਵਿਚਾਰ ਪੇਸ਼ ਕਰਦਿਆਂ ਕਬੀਰ ਜੀ ਕਿਰਪਾ ਕਰਦੇ ਨੇ। ਕਹਿੰਦੇ ਇਹੋ ਮਨ ਸਕਤੀ, ਇਹੋ ਮਨ ਸੀਓ, ਇਹੋ ਮਨ ਪੰਜ ਤਤ ਕੋ ਜੀਓ। ਇਹੋ ਮਨ ਲੈ ਜੋ ਉਨ ਮਨ ਰਹਾ, ਤੋ ਤੀਨ ਲੋਕ ਕੀ ਬਾਤਾਂ ਕਹਾ। ਇਹੋ ਮਨ ਸਕਤੀ, ਇਹੋ ਮਨ ਸੀਓ। ਸ਼ਕਤੀ ਜੜ ਮਾਇਆ ਨੂੰ ਕਹਿੰਦੇ ਨੇ, ਸੀਓ ਚੇਤਨ ਸੱਤਾ ਨੂੰ ਕਹਿੰਦੇ ਨੇ। ਸ਼ਕਤੀ ਅਰਥਾਤ ਮਾਇਆ ਦੇ ਨਾਲ ਇੱਕਮਿਕ ਹੋਇਆ ਮਨ। ਸ਼ਕਤੀ ਅਰਥਾਤ ਮਾਇਆ ਰੂਪੀ ਹੋ ਨਿਬੜਦਾ ਇਹ ਮਨ ਸਕਤੀ। ਮਾਰੇ ਕਹਿੰਦੇ ਇਹ ਮਨ ਸੀਓ, ਜਦ ਕਿ ਸੀਓ ਅਰਥਾਤ ਬ੍ਰਹਮ ਜਾਂ ਚੇਤਨ ਸੱਤਾ ਦੇ ਨਾਲ ਭੇਦ ਹੋਇਆ ਮਨ। ਸੀਓ ਅਰਥਾਤ ਬ੍ਰਹਮੀ ਹੋ ਨਿਬੜਦਾ ਹੈ। ਕਹਿੰਦਾ ਇਹੋ ਮਨ ਸਕਤੀ, ਇਹੋ ਮਨ ਸੀਓ, ਇਹੋ ਮਨ ਪੰਜ ਤਤ ਕੋ ਜੀਓ। ਇਹੋ ਮਨ ਪੰਜ ਤਤ ਕੋ ਜੀਓ ਅਰਥਾਤ ਕਿ ਪੰਜ ਭੂਤਕ ਸਰੀਰ ਵਿੱਚ ਵਿਦਮਾਨ ਹੋਣ ਦੇ ਨਾਤੇ ਦੇਹ ਦਿਆਸ ਦੇ ਕਰਕੇ ਕਈ ਵਾਰੀ ਇਹ ਮਨ ਆਪਣੇ ਆਪ ਨੂੰ ਪੰਜ ਤਤ ਕੋ ਜੀਓ ਅਰਥਾਤ ਕਿ ਪੰਜਾਂ ਤੱਤਾਂ ਦਾ ਪੁਤਲਾ ਭਾਵ ਸਰੀਰ ਹੀ ਸਮਝਣ ਲੱਗ ਪੈਂਦਾ। ਮਨ ਕਹਿੰਦਾ ਖਰੇ ਮੈਂ ਸਰੀਰ ਹੀ ਹਾਂ। ਜਾਂ ਫਿਰ ਇਹੋ ਮਨ ਪੰਜ ਤੱਤ ਕੋ ਜੀਓ ਦਾ ਭਾਵ ਇਹ ਵੀ ਹੁੰਦਾ ਹੈ ਕਿ ਪੰਜਾਂ ਤੱਤਾਂ ਦੇ ਸਤੋ ਗੁਣੀ ਅੰਸ਼ ਤੋਂ ਉਤਪੰਨ ਹੋਇਆ ਹੋਣ ਕਰਕੇ ਇਹ ਮਨ ਪੰਜਾਂ ਤੱਤਾਂ ਦਾ ਜੀਵ ਵੀ ਹੈ। ਮਹਾਰਾਜ ਕਹਿੰਦਾ ਇਹੋ ਮਨ ਲੈ ਜੋ ਉਨ ਮਨ ਰਹਾ, ਤੋ ਤੀਨ ਲੋਕ ਕੀ ਬਾਤਾਂ ਕਹਾ। ਇਸ ਮਨ ਨੂੰ ਲੈ ਕੇ ਜੇਕਰ ਕੋਈ ਗੁਰਮੁਖ ਗੁਰੂ ਪਿਆਰਾ ਉਨਮਨੀ ਅਵਸਥਾ ਦੇ ਵਿੱਚ ਰਹਿਣਾ ਕਰੇ, ਭਾਵ ਸਹਿਜ ਪਦ ਦੇ ਵਿੱਚ, ਤੁਰੀਆ ਪਦ ਦੇ ਵਿੱਚ ਰਹਿਣਾ ਕਰੇ,
ਤਾਂ ਮਹਾਰਾਜ ਕਹਿੰਦੇ ਤੋ ਤੀਨ ਲੋਕ ਕੀ ਬਾਤਾਂ ਕਹੈ। ਤਾਂ ਫਿਰ ਗੁਰਮੁਖ ਗੁਰੂ ਪਿਆਰਾ ਤਿੰਨਾਂ ਲੋਕਾਂ ਦੀਆਂ ਬਾਤਾਂ ਜਿਹੜਾ ਉਹਨਾਂ ਨੂੰ ਕਰਨ ਦੇ ਸਮਰੱਥ ਹੋ ਜਾਂਦਾ ਹੈ, ਤਿੰਨਾਂ ਲੋਕਾਂ ਦੀਆਂ ਗੱਲਾਂ ਨੂੰ ਕਹਿਣ ਦੇ ਸਮਰੱਥ ਹੋ ਜਾਂਦਾ ਹੈ। ਮਹਾਰਾਜ ਕਹਿੰਦਾ ਇਹੋ ਮਨ ਲੈ ਜੋ ਉਨ ਮਨ ਰਹਾ, ਤੋ ਤੀਨ ਲੋਕ ਕੀ ਬਾਤਾਂ ਕਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।